ਦੇ ਵਿੱਚ ਆਪਾਂ ਗੁਰੂ ਪਾਤਸ਼ਾਹ ਦੇ ਦਰ ਤੇ ਜੋ ਇਸ ਸਮਾਗਮ ਦਾ ਮੁੱਖ ਮਕਸਦ ਹੈ ਉਸ ਦੇ ਬਾਰੇ ਆਪਾਂ ਜੁੜ ਸਕੀਏ। ਸਾਨੂੰ ਪਾਵਨ ਗੁਰਬਾਣੀ ਜੋ ਸੇਧ ਬਖਸ਼ਿਸ਼ ਕਰਦੀ ਹੈ, ਜੋ ਪਾਵਨ ਗੁਰਬਾਣੀ ਸਾਨੂੰ ਗਿਆਨ ਦਾ ਮਾਰਗ ਦੱਸਦੀ ਹੈ, ਇਸ ਸਮਾਗਮ ਦਾ ਮੁੱਖ ਮਕਸਦ ਹੈ ਕਿ ਅਸੀਂ ਗੁਰੂ ਵਾਲੇ ਬਣੀਏ, ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲੀਏ। ਸ਼ਬਦ ਵਿਚਾਰ ਕਥਾ ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਆਈ ਹੈ ਕਿ ਕੁਝ ਗੱਡੀਆਂ ਜੋ ਬਿਨਾਂ ਤਰਤੀਬ ਤੋਂ ਖੜੀਆਂ ਹੋ ਜਾਂਦੀਆਂ ਹਨ, ਪਹਿਲੋਂ ਵੀ ਬੇਨਤੀ ਕੀਤੀ ਹੈ ਕਿ ਸੇਵਾਦਾਰ ਹਾਜ਼ਰ ਹਨ, ਚਾਹ ਪਾਣੀ ਦੇ ਲੰਗਰ ਚੱਲ ਰਹੇ ਹਨ, ਜੋੜਾ ਘਰ ਦੇ ਵਿੱਚ ਸੇਵਾਦਾਰ ਸੇਵਾ ਨਿਭਾ ਰਹੇ ਨੇ, ਪਾਰਕਿੰਗ ਦੀ ਸੇਵਾ ਚੱਲ ਰਹੀ ਹੈ, ਕਾਰ ਪਾਰਕਿੰਗ ਦੀ। ਤੋਂ ਆਪ ਸੇਵਾਦਾਰਾਂ ਦਾ ਸਹਿਯੋਗ ਕਰੋ ਕਿਉਂਕਿ ਨੈਸ਼ਨਲ ਹਾਈਵੇ ਚੱਲਦਾ ਹੈ। ਸਿੱਖ ਜਿਹੜਾ ਹੈ ਉਹ ਕਿਸੇ ਦੀ ਪਰੇਸ਼ਾਨੀ ਦਾ ਕਾਰਨ ਨਹੀਂ ਬਣਦਾ, ਸਿੱਖ ਤੇ ਦੂਜੇ ਦਾ ਭਲਾ ਕਰਦਾ ਹੈ। ਇਸ ਕਰਕੇ ਸਾਡੀ ਗੱਡੀ ਖਿਲਾਰਿਆਂ ਜਾਂ ਸਾਡੇ ਸੜਕ ਤੋਂ ਆਵਾਜਾਈ ਕਰਨ ਲੱਗਿਆਂ ਕਿਸੇ ਨੂੰ ਪਰੇਸ਼ਾਨੀ ਹੋਵੇ ਤੇ ਸਾਨੂੰ ਇਸ ਬਾਰੇ ਆਪ ਹੀ ਖਿਆਲ ਕਰ ਲੈਣਾ ਚਾਹੀਦਾ ਹੈ। ਇੱਕ ਗੱਡੀ ਜੋ UK 06 RD 8730, ਇਹ ਗੱਡੀ ਜਿਸ ਵੀਰ ਦੀ ਹੋਵੇ ਉਹਨੂੰ ਥੋੜ੍ਹਾ ਜਿਹਾ ਸਾਈਡ 'ਤੇ ਕਰਨ ਦੀ ਕਿਰਪਾਲਤਾ ਕਰੋ। ਆਓ ਇਕਾਗਰਤਾ ਬਖਸ਼ਿਸ਼ ਕਰਨੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਮਹਾਨ ਸਮਾਗਮ 3 ਦਿਨ ਜੋ ਆਏ ਹੋਏ ਵਿਦਵਾਨਾਂ ਨੇ ਇਸੇ ਵਿਸ਼ੇ ਨੂੰ ਮੁੱਖ ਰੱਖ ਕੇ ਹੀ ਆਪ ਜੀ ਦੇ ਸਨਮੁਖ ਸਾਂਝ ਪਾਉਣੀ ਹੈ। ਇੱਕ ਲੜੀ ਦੇ ਵਿੱਚ ਇਸ ਵਿਸ਼ੇ ਨੂੰ ਆਪਾਂ ਜੇ ਪ੍ਰਾਰੰਭ ਕਰਾਂਗੇ, ਸੁਣਾਂਗੇ ਤੇ ਸਾਨੂੰ ਕੁਝ ਸਮਝ ਆਵੇਗੀ ਕਿ ਸ਼ਬਦ ਗੁਰੂ ਦਾ ਪ੍ਰਕਾਸ਼ ਸਾਡੇ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਕਿੰਨਾ ਵੱਡਾ ਪਰਉਪਕਾਰ ਕੀਤਾ ਹੈ। ਧੰਨ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਪੜ੍ਹੇ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ। ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਧਿਆਨ ਦੇਣਾ, ਇਹ ਸਮਾਗਮ ਜਿਹੜਾ ਹੈ ਸ਼ਬਦ ਗੁਰੂ ਦੇ ਪ੍ਰਕਾਸ਼ ਦਾ ਹੈ। ਸ਼ਬਦ ਗੁਰੂ ਦਾ ਪ੍ਰਕਾਸ਼, ਤੇ ਜਿੱਥੇ ਪ੍ਰਕਾਸ਼ ਹੋਵੇ ਉੱਥੇ ਫਿਰ ਅੰਧੇਰੇ ਦਾ ਕੋਈ ਕੰਮ ਨਹੀਂ, ਤੇ ਜਿੱਥੇ ਅੰਧੇਰਾ ਹੈ ਤੇ ਸਮਝ ਲੈਣਾ ਫਿਰ ਪ੍ਰਕਾਸ਼ ਅਦੇ ਹੋਇਆ ਹੀ ਨਹੀਂ। ਜਿੱਥੇ ਪ੍ਰਕਾਸ਼ ਹੋਵੇ ਉੱਥੇ ਐਕਸੀਡੈਂਟ ਨਹੀਂ ਹੁੰਦੇ, ਜਿੱਥੇ ਪ੍ਰਕਾਸ਼ ਹੋਵੇ ਉੱਥੇ ਰੌਲਾ ਨਹੀਂ ਪੈਂਦਾ, ਜਿੱਥੇ ਪ੍ਰਕਾਸ਼ ਹੋਵੇ ਚਾਨਣ ਹੋਵੇ ਉੱਥੇ ਲੜਾਈ ਝਗੜੇ ਘੱਟ ਹੁੰਦੇ ਨੇ, ਹੁੰਦੇ ਹੀ ਨਹੀਂ। ਤੇ ਜਿੱਥੇ ਅਗਿਆਨਤਾ ਹੈ, ਜਿੱਥੇ ਹਨੇਰਾ ਹੈ ਸਾਧ ਸੰਗਤ ਜੀ, ਉੱਥੇ ਭਾਂਡੇ ਵੀ ਖੜਕਦੇ ਹਨ, ਉੱਥੇ ਅਸੀਂ ਇੱਕ ਦੂਜੇ ਦੇ ਵਿੱਚ ਵੱਜਦੇ ਵੀ ਹਾਂ ਤੇ ਐਕਸੀਡੈਂਟ ਵੀ ਹੁੰਦੇ ਨੇ, ਕਿਉਂਕਿ ਅੰਧੇਰਾ ਹੈ। ਸਤਿਗੁਰੂ ਪਾਤਸ਼ਾਹ ਨੇ ਹਰ ਪੱਖ ਤੋਂ ਸਾਡੇ ਅੰਦਰੋਂ ਅੰਧੇਰਾ ਦੂਰ ਕੀਤਾ ਹੈ। ਚਾਹੇ ਅੰਧੇਰਾ ਸਮਾਜਿਕ ਹੋਵੇ, ਚਾਹੇ ਪਰਿਵਾਰਕ ਹੋਵੇ, ਚਾਹੇ ਰਾਜਨੀਤਿਕ ਹੋਵੇ, ਚਾਹੇ ਆਰਥਿਕ ਪੱਖ ਹੋਵੇ, ਸਤਿਗੁਰੂ ਪਾਤਸ਼ਾਹ ਨੇ ਸਾਰੇ ਪੱਖਾਂ ਤੋਂ ਸਾਨੂੰ ਗਿਆਨ ਬਖਸ਼ਿਸ਼ ਕਰਕੇ ਸਾਡੇ ਅੰਦਰ ਪ੍ਰਕਾਸ਼ ਕਰ ਦਿੱਤਾ ਹੈ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਉਸੇ ਸਿਧਾਂਤ ਨੂੰ ਬਿਆਨ ਕਰਦੇ ਨੇ ਜਿਸ ਦੀ ਸ਼ੁਰੂਆਤ, ਜਿਸ ਦੀ ਪ੍ਰਾਰੰਭਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰ ਦਿੱਤੀ ਹੈ। ਜਿਸ ਪਾਵਨ ਸਰੂਪ ਦਾ ਪਹਿਲਾ ਪ੍ਰਕਾਸ਼ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਹਰਿਮੰਦਰ ਸਾਹਿਬ ਦੀ ਧਰਤੀ ਤੇ ਕਰਵਾਉਂਦੇ ਹਨ,
ਤੇ ਬ੍ਰਹਮ ਗਿਆਨੀ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਮੁੱਖ ਗ੍ਰੰਥੀ ਸਹਿਬਾਨ ਨਿਯੁਕਤ ਕੀਤੇ ਜਾਣ। ਇਹ ਲੜੀ ਜਿਹੜੀ ਪ੍ਰਾਰੰਭ ਹੁੰਦੀ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪ੍ਰਾਰੰਭ ਹੁੰਦੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਸ ਸ਼ਬਦ ਦੀ ਪ੍ਰਾਪਤੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਾਸੋਂ ਹੁੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣ ਆਈ, ਬਾਬਾ ਪਹਿੰਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਤੇ ਇੱਕ ਪੰਕਤੀ ਹੈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਕਿ ਸੰਸਾਰ ਦੇ ਵਿੱਚ ਗੁਰੂ ਤੋਂ ਬਿਨਾਂ ਅੰਧੇਰਾ ਹੈ। ਗੁਰੂ ਦੇ ਜਦੋਂ ਆਪਾਂ ਅਰਥ ਕਰਦੇ ਹਾਂ ਨਾ, ਤੇ ਵਿਦਵਾਨਾਂ ਨੇ ਅਰਥ ਕੀਤੇ ਹਨ ਗੋ ਪਲਸ ਰੂ। ਰੂ ਮਾਨੇ ਪ੍ਰਕਾਸ਼ ਤੇ ਗੋ ਮਾਨੇ ਅੰਧੇਰਾ। ਅੰਧੇਰੇ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਗੁਰੂ ਹੈ। ਤੇ ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਗੁਰੂ ਧਾਰਨ ਨਹੀਂ ਕਰਦੇ ਤੇ ਸਮਝ ਲੈਣਾ ਸਾਡੇ ਜੀਵਨ ਵਿੱਚ ਪ੍ਰਕਾਸ਼ ਨਹੀਂ ਹੈ। ਮਸਲਨ ਦੇ ਤੌਰ ਤੇ ਅਸੀਂ ਦੁਨੀਆ ਦੇ ਵਿੱਚ ਰਹਿਣਾ ਹੈ, ਕੋਈ ਕੰਮ ਸਿੱਖਣਾ ਹੈ ਤੇ ਸਾਨੂੰ ਗੁਰੂ ਧਾਰਨ ਕਰਨਾ ਪਵੇਗਾ। ਜੇ ਅਸੀਂ ਕਿਸਾਨੀ ਕਰਨੀ ਹੈ, ਦੁਕਾਨਦਾਰੀ ਕਰਨੀ ਹੈ, ਕੋਈ ਡਿਊਟੀ ਕਰਨੀ ਹੈ, ਸਰਵਿਸ ਕਰਨੀ ਹੈ ਤੇ ਗੁਰੂ ਧਾਰਨ ਕਰਨਾ ਪਵੇਗਾ। ਗੁਰੂ ਬਿਨਾ ਸਾਡੀ ਗਤ ਨਹੀਂ ਹੈ। ਤੇ ਗੁਰੂ ਦਾ ਅਰਥ ਹੀ ਇਹ ਹੈ ਕਿ ਅੰਧੇਰੇ ਦੇ ਵਿੱਚ ਪ੍ਰਕਾਸ਼। ਜਿਵੇਂ ਸੰਸਾਰ ਤੇ ਦੂਜੇ ਕੰਮਾਂ ਨੂੰ ਕਰਨ ਵਾਸਤੇ ਗੁਰੂ ਦੀ ਲੋੜ ਹੈ, ਠੀਕ ਇਸੇ ਤਰ੍ਹਾਂ ਅਧਿਆਤਮਕ ਪੱਖ ਤੋਂ ਆਪਣੇ ਹਿਰਦੇ ਵਿੱਚ ਪ੍ਰਕਾਸ਼ ਕਰਨ ਵਾਸਤੇ ਵੀ ਸਾਨੂੰ ਅਧਿਆਤਮਕ ਗੁਰੂ ਦੀ ਲੋੜ ਹੈ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਆਪ ਸਾਨੂੰ ਸਮਝਾਉਣਾ ਕਰਦੇ ਨੇ ਵੀ ਦੇਹ ਗੁਰੂ ਨਹੀਂ ਹੈ, ਸ਼ਬਦ ਗੁਰੂ ਹੈ। ਅਸੀਂ ਦੇਹ ਦੇ ਪੁਜਾਰੀ ਨਹੀਂ ਬਣਨਾ। ਪਰ ਸੱਚ ਜਾਣਿਓ, ਇੰਨੇ ਸਾਲ ਹੋਣ ਦੇ ਬਾਵਜੂਦ ਵੀ ਅਸੀਂ ਅੱਜ ਵੀ ਜਦੋਂ ਵੇਖਦੇ ਹਾਂ ਤੇ ਅਸੀਂ ਦੇਹ ਦੇ ਪੁਜਾਰੀ ਜ਼ਿਆਦਾ ਹਾਂ, ਸ਼ਬਦ ਦੇ ਪੁਜਾਰੀ ਘੱਟ ਹਾਂ। ਤੇ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸ਼ਬਦ ਦੇ ਲੜ ਲਾਇਆ। ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਭਾਈ ਸਾਹਿਬ ਭਾਈ ਲਾਲੋ ਦੇ ਕੋਲ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਂਦੇ ਨੇ ਨਾ, ਮੈਂ ਟੂਕ ਮਾਤਰ ਵਿਸ਼ਾ ਪ੍ਰਾਰੰਭ ਕਰਨਾ, ਅੱਗੇ ਚੱਲਣਾ। ਤੇ ਭਾਈ ਸਾਹਿਬ ਭਾਈ ਲਾਲੋ ਜੀ ਪੁੱਛਦੇ ਨੇ, ਬਾਬਾ ਇਹ ਜੋ ਤੁਸੀਂ ਗਿਆਨ ਬਖਸ਼ ਰਹੇ ਹੋ, ਇਹ ਗਿਆਨ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ? ਤੇ ਧੰਨ ਸਤਿਗੁਰੂ ਪਾਤਸ਼ਾਹ ਜੀ ਉੱਥੇ ਫਰਮਾਨ ਕਰਦੇ, ਉਚਾਰਨ ਕਰਦੇ ਹੋਏ ਕਹਿੰਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹੁਣ ਇੱਥੇ ਸਾਨੂੰ ਪ੍ਰਤੱਖ ਹੋ ਗਿਆ ਵੀ ਨਾਨਕ ਦਾ ਵੀ ਕੋਈ ਖਸਮ ਹੈ, ਪਤੀ ਹੈ। ਕੌਣ ਪਤੀ ਹੈ? ਪਾਵਨ ਪੰਕਤੀਆਂ ਆਉਂਦੀਆਂ ਨੇ ਗੁਰਬਾਣੀ ਦੇ ਵਿੱਚ, ਮੈਂ ਕਾਮਨ ਮੇਰਾ ਕੰਤ ਕਰਤਾਰ, ਕਿ ਮੈਂ ਇਸਤਰੀ ਹਾਂ ਤੇ ਮੇਰਾ ਕੰਤ ਅਕਾਲ ਪੁਰਖ ਵਾਹਿਗੁਰੂ ਉਹ ਕਰਤਾਰ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਸ ਤਰ੍ਹਾਂ ਦੀ ਬਾਣੀ ਮੇਰੇ ਖਸਮ ਵੱਲੋਂ ਜਿਹੜਾ ਹੁਕਮ ਆਉਂਦਾ ਹੈ ਨਾ, ਉਸ ਤਰ੍ਹਾਂ ਦਾ ਗਿਆਨ ਫਿਰ ਅਸੀਂ ਅੱਗੇ ਵੰਡਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਦ੍ਰਿੜ ਕਰਵਾਇਆ ਹੈ ਨਾ, ਬਾਬਾ ਪਹਿੰਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਾਸੋਂ ਨਾਮ, ਗਰੀਬੀ ਨਿਮਰਤਾ ਦੀ ਦਾਤ ਤੇ ਨੌ ਨਿਧੀਆਂ ਜਿਤਨੇ ਵੀ ਦੁਨੀਆ ਦੇ ਖਜ਼ਾਨੇ ਨੇ ਪਾਤਸ਼ਾਹ ਦੀ ਝੋਲੀ ਵਿੱਚ ਪਾ ਦਿੱਤੇ। ਇੱਥੇ ਹੀ ਬਸ ਨਹੀਂ। ਜਦੋਂ ਆਪਾਂ ਇਹ ਪੁੱਛਦੇ ਹਾਂ ਵੀ ਨਾਨਕ ਪਾਤਸ਼ਾਹ ਜੀ ਤੁਹਾਡਾ ਗੁਰੂ ਕੌਣ ਹੈ,
ਤੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਰਚਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ, ਤਤ ਨਿਰੰਜਨ ਜੋਤ ਸਬਾਈ, ਸੋਹੰਗ ਭੇਦ ਨਾ ਕੋਈ ਜਿਉ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜਿਉ। ਇੱਥੇ ਕੋਈ ਸ਼ੰਕੇ ਦੀ ਸੰਭਾਵਨਾ ਹੀ ਨਹੀਂ ਰਹਿੰਦੀ ਵੀ ਨਾਨਕ ਦਾ ਗੁਰੂ ਕੌਣ ਹੈ। ਤਤ ਨਿਰੰਜਨ ਨਿਰਅੰਜਨ, ਜਿਹਦੇ ਵਿੱਚ ਕਾਲਖ ਨਹੀਂ, ਕਾਲਖ ਤੋਂ ਰਹਿਤ। ਤਤ ਨਿਰੰਜਨ ਜੋਤ ਸਬਾਈ, ਜਿਹੜੀ ਜੋਤ ਸਾਰਿਆਂ ਵਿੱਚ ਵਰਤ ਰਹੀ ਹੈ। ਸੋਹੰਗ, ਜਿਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਭੇਦ ਨਾ ਭਾਈ, ਜਿਹਦੇ ਕਿਸੇ ਦੇ ਵਿੱਚ ਜਿਹੜਾ ਫਰਕ ਨਹੀਂ। ਸੋਹੰਗ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਤਤ ਨਿਰੰਜਨ ਜੋਤ ਸਬਾਈ, ਸੋਹੰਗ ਭੇਦ ਨਾ ਕੋਈ ਜਿਉ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਅਪਰੰਪਰ, ਜਿਹਦਾ ਪਾਰਾਵਾਰ ਨਾ ਪਾਇਆ ਜਾਂਦਾ ਹੋ। ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜਿਉ। ਨਾਨਕ ਦਾ ਗੁਰੂ ਉਹ ਹੈ। ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਪੜ੍ਹਦੇ ਹਾਂ ਨਾ, ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਰਚਨਾ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਕਿ ਜਿਹੜਾ ਆਦ ਅੰਤ ਏਕੈ ਅਵਤਾਰਾ, ਆਦ ਅੰਤ, ਜਿਹੜਾ ਸ੍ਰਿਸ਼ਟੀ ਦੇ ਸ਼ੁਰੂ ਵਿੱਚ ਵੀ ਸੱਚਾ ਸੀ। ਜਦੋਂ ਸੰਸਾਰ ਦੀ ਰਚਨਾ ਨਹੀਂ ਸੀ ਹੋਈ ਨਾ, ਉਸ ਤੋਂ ਪਹਿਲਾਂ ਵੀ ਜਿਹੜਾ ਸੱਚ ਸੀ, ਤੇ ਜਦੋਂ ਕਿਤੇ ਸ੍ਰਿਸ਼ਟੀ ਖਤਮ ਹੋਵੇਗੀ ਉਸ ਤੋਂ ਬਾਅਦ ਵੀ ਸੱਚ ਰਹੇਗਾ, ਉਹ ਸਾਡਾ ਗੁਰੂ ਹੈ। ਇਹਨੂੰ ਆਪਾਂ ਪੜ੍ਹਦੇ ਹਾਂ ਨਾ, ਜਪਜੀ ਸਾਹਿਬ ਦੀਆਂ ਪਾਵਨ ਪਹਿਲੀਆਂ ਸਦਰਾਂ ਹਨ, ਰਚਨਾ ਹੈ, ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕੌਣ? ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਜਿਹਦੀ ਮੂਲ ਮੰਤਰ ਦੇ ਵਿੱਚ ਪਰਿਭਾਸ਼ਾ ਕੀਤੀ ਹੈ, ਅੰਕਿਤ ਕੀਤੀ ਹੈ, ਇੱਕ ਓੰਕਾਰ। ਇੱਥੋਂ ਬਾਣੀ ਦੀ ਪ੍ਰਾਰੰਭਤਾ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇੱਕ ਓੰਕਾਰ, ਪਰਮਾਤਮਾ ਇੱਕ ਹੈ। ਓੰਕਾਰ, ਕਾਰ ਉਹਦੀ ਸਾਰੇ ਵਿੱਚ ਵਰਤਦੀ ਹੈ। ਇਹਦੇ ਜੇ ਅਰਥ ਕਰੀਏ ਬਹੁਤ ਲੰਮਾ ਸਮਾਂ ਲੱਗਦਾ। ਓਮ ਸ਼ਬਦ ਤੋਂ ਉਹਨਾਂ ਲੋਕਾਂ ਨੇ ਇਹ ਪ੍ਰਚਲਿਤ ਕੀਤਾ ਹੋਇਆ ਸੀ ਪੁਰਾਤਨ ਸਮੇਂ ਦੇ ਵਿੱਚ। ਸੰਸਕ੍ਰਿਤ ਦੇ ਵਿਦਵਾਨ ਇਸ ਦੇ ਅਰਥ ਕਰਦੇ ਓਮ। ਤਿੰਨ ਦੇਵਤਿਆਂ ਨੂੰ ਮੁੱਖ ਰੱਖ ਕੇ ਇਹਦੇ ਅਰਥ ਕੀਤੇ ਜਾਂਦੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼, ਜਿਹਦੀ ਅੱਗੇ ਜਾ ਕੇ ਆਪਾਂ ਪਰਿਭਾਸ਼ਾ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਕਿ ਇੱਥੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਕਿ ਜੋ ਲੋਕ ਮੰਨਦੇ ਸਨ ਵੀ ਇੱਕ ਜਿਹੜਾ ਹੈ ਸ੍ਰਿਸ਼ਟੀ ਦਾ ਸਾਜਨਹਾਰ, ਆਪਾਂ ਕਹਿੰਦੇ ਬ੍ਰਹਮਾ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ, ਵਿਸ਼ਨੂੰ ਭਗਵਾਨ ਰੋਜੀ ਦੇਣ ਵਾਲਾ ਹੈ। ਇਸੇ ਤਰ੍ਹਾਂ ਮਹੇਸ਼ ਨੂੰ ਮੰਨਦੇ ਨੇ, ਉਹ ਲੈਤਾ ਕਰਦਾ, ਭਾਵ ਸੰਸਾਰ ਨੂੰ ਖਤਮ ਕਰਦਾ ਹੈ। ਇੱਕ ਸੰਸਾਰੀ, ਸੰਸਾਰ ਦੀ ਉਤਪਤੀ ਕਰਨ ਵਾਲਾ, ਇੱਕ ਭੰਡਾਰੀ, ਸੰਸਾਰ ਨੂੰ ਰਿਜ਼ਕ ਦੇਣ ਵਾਲਾ, ਇੱਕ ਲਾਏ ਦੀ ਬਾਣ, ਭਾਵ ਜੋ ਲੇਖਾ ਜੋਖਾ ਕਰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਇਹਨਾਂ ਸਾਰਿਆਂ ਦੇ ਉੱਤੇ, ਇਹਨਾਂ ਤਿੰਨਾਂ ਦੇਵਤਿਆਂ ਨੂੰ ਤੁਸੀਂ ਮੰਨਦੇ, ਇਹਨਾਂ ਦੇ ਉੱਤੇ ਕੌਣ ਹੈ? ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਉਹਦੀ ਕਾਰ ਆ ਸਾਰੇ ਵਰਤ ਰਹੀ ਹੈ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ, ਉਹਨੂੰ ਕਿਸੇ ਦਾ ਡਰ ਨਹੀਂ। ਖੈਰ ਆਪ ਮੂਲ ਮੰਤਰ ਦੀ ਪਰਿਭਾਸ਼ਾ ਪੜ੍ਹਦੇ ਵੀ ਉਹ ਸੁਣਦੇ। ਕਰਤਾ ਪੁਰਖ ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਸ਼ਬਦ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਾਸੋਂ ਪ੍ਰਾਪਤ ਹੋਇਆ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਾਸੋਂ ਹੋਇਆ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਇਹ ਖਸਮ ਤੋਂ ਬਿਨਾਂ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਨੂੰ ਜਦੋਂ ਪ੍ਰਾਪਤੀ ਹੋਈ ਤੇ ਗੁਰੂ ਪਾਤਸ਼ਾਹ ਜੀ ਨੇ ਫਿਰ ਸਾਨੂੰ ਅੱਗੇ ਜਪਣ ਵਾਸਤੇ ਹੁਕਮ ਕੀਤਾ ਹੈ ਕਿ ਇਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਜਪ, ਤੂੰ ਇਹਨੂੰ ਜਪ, ਇਹਦਾ ਜਪਣਾ ਕਰ। ਕਿਉਂ ਜਪਣਾ ਕਰੀਏ? ਕਿਉਂਕਿ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ,
ਨਾਨਕ ਹੋਸੀ ਭੀ ਸੱਚ। ਵੀ ਉਹ ਸ੍ਰਿਸ਼ਟੀ ਦੇ ਪ੍ਰਾਰੰਭ ਤਾਂ ਆਦ ਉਦੋਂ ਵੀ ਸੱਚ ਸੀ, ਜਦੋਂ ਯੁੱਗ ਸ਼ੁਰੂ ਹੋਏ, ਸਮੇਂ ਦੀ ਵੰਡ ਸ਼ੁਰੂ ਹੋਈ, ਉਦੋਂ ਵੀ ਪਰਮਾਤਮਾ ਸੱਚ ਸੀ ਤੇ ਅੱਜ ਵੀ ਸੱਚ ਹੈ। ਆਉਣ ਵਾਲੇ ਸਮੇਂ ਵਿੱਚ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਨਾਨਕ ਹੋਸੀ ਭੀ ਸੱਚ। ਇੱਕ ਵਿਦਵਾਨ ਨੇ ਪੰਕਤੀਆਂ ਅੰਕਿਤ ਕੀਤੀਆਂ, ਉਹ ਕਹਿੰਦਾ ਇਹ ਜਪ ਕਰਤੇ ਪੁਰਖ ਕਾ ਸੱਚ ਨਾਨਕ ਕੀਆ ਵਖਾਨ, ਜਗਤ ਉਦਾਹਰਨ ਕਾਰਣੇ ਧੁਰੋਂ ਹੋਆ ਫੁਰਮਾਨ, ਅੰਮ੍ਰਿਤ ਵੇਲਾ ਸੱਚ ਨਾਉ ਜਪ ਪੜੀਏ ਕਰ ਇਸ਼ਨਾਨ, ਹਿਤ ਚਿਤ ਜੋ ਜਪ ਪੜੈ ਸੋ ਦਰਗਹਿ ਪਾਵੈ ਮਾਨ। ਧਿਆਨ ਦੇਣਾ, ਅੰਮ੍ਰਿਤ ਵੇਲਾ ਸੱਚ ਨਾਉ ਜਪ ਪੜੀਏ ਕਰ ਇਸ਼ਨਾਨ। ਇਹ ਉਸ ਵਿਦਵਾਨ ਦੀਆਂ ਪੰਕਤੀਆਂ ਉਚਾਰਨ ਕੀਤੀਆਂ ਹੋਈਆਂ ਨੇ ਕਿ ਇਹ ਜਪ ਕਰਤੇ ਪੁਰਖ ਕਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਉਚਾਰਨ ਕੀਤਾ ਹੋਇਆ ਇਹ ਜਪ ਹੈ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਿ ਜਿਹੜੀ ਬਾਣੀ ਮੇਰੇ ਖਸਮ ਦੀ ਹੈ, ਉਹ ਖਸਮ ਮੇਰੇ ਤੇ ਕਿਰਪਾ ਕਰਦਾ ਤੇ ਮੈਂ ਉਹ ਗਿਆਨ ਤੁਹਾਨੂੰ ਅੱਗੇ ਵੰਡਦਾ। ਧਿਆਨ ਦੇਣਾ, ਪੰਥ ਦੇ ਮਹਾਨ ਵਿਦਵਾਨ, ਇੱਕ ਮਹਾਨ ਸ਼ਖਸੀਅਤ ਆਪ ਜੀ ਦੇ ਸਨਮੁਖ ਅੱਜ ਆਈ ਹੈ। ਮੈਂ ਬੇਨਤੀ ਕਰਾਂ, ਗਿਆਨੀ ਗੱਜਣ ਸਿੰਘ ਜੀ ਗੜਗੱਜ ਸਾਹਿਬ ਜੀ ਦਾ ਢਾਡੀ ਜੱਥਾ ਸਾਡੇ ਵਿੱਚ ਉਚੇਚੇ ਤੌਰ ਤੇ ਪਹੁੰਚਿਆ। ਆਪਨੇ ਇਸ਼ਤਿਹਾਰ ਦੇ ਵਿੱਚ ਪੜ੍ਹਿਆ ਹੋਣਾ, ਭਾਈ ਬਲਬੀਰ ਸਿੰਘ ਜੀ ਪਾਰਸ ਜੀ ਦਾ ਢਾਡੀ ਜੱਥਾ, ਜਿਹਦੇ ਵਿੱਚ ਬੱਚੀਆਂ ਸੇਵਾ ਨਿਭਾਉਂਦੀਆਂ ਨੇ। ਪਿਛਲੇ ਸਾਲ ਵੀ ਉਹਨਾਂ ਨੇ ਸੇਵਾ ਨਿਭਾਈ ਸੀ। ਜਦੋਂ ਜੱਥਾ ਸਿਲੈਕਟ ਕਰਨਾ ਸੀ ਨਾ, ਤਾਂ ਦਾਸ ਦੇ ਨਾਲ ਵੀ ਪ੍ਰਬੰਧਕ ਜਨਾਂ ਨੇ ਮਸ਼ਵਰਾ ਕੀਤਾ, ਸਲਾਹ ਕੀਤੀ, ਜਥਿਆਂ ਨੂੰ ਸਿਲੈਕਟ ਕੀਤਾ ਗਿਆ, ਪੁੱਛਿਆ ਵੀ ਗਿਆ। ਲੇਕਿਨ ਜਦੋਂ ਵਿਚਾਰ ਲਈ ਗਈ ਸੰਗਤ ਦੀ, ਤੇ ਜ਼ਿਆਦਾਤਰ ਜਿਹੜਾ ਸੀ ਉਹ ਭਾਈ ਬਲਬੀਰ ਸਿੰਘ ਜੀ ਪਾਰਸ ਜੀ ਦੇ ਜਥੇ ਦੀ ਵਿਚਾਰ ਆਈ ਤੇ ਹਾਂ ਕਰ ਦਿੱਤੀ ਗਈ। ਪਰ ਸਮਾਂ ਜਿਹੜਾ ਹੈ ਨਾ, ਸਾਧ ਸੰਗਤ ਜੀ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਸਮੇਂ ਦਾ ਕੁਝ ਤਬਦੀਲੀ ਹੋ ਗਈ। ਤੋਂ ਮੈਂ ਬੇਨਤੀ ਕਰਨ ਲੱਗਾ ਵੀ ਜਿਹੜੇ ਅੱਜ ਵਿਦਵਾਨ ਸਾਡੇ ਕੋਲ ਪਹੁੰਚੇ ਨੇ, ਇਹ ਐਸੀ ਮਹਾਨ ਸ਼ਖਸੀਅਤ ਭਾਈ ਬਲਬੀਰ ਸਿੰਘ ਪਾਰਸ ਜੀ ਦੇ ਪਿਤਾ ਜੀ, ਔਰ ਜਿਨ੍ਹਾਂ ਨੇ 52 ਢਾਡੀ ਕਵੀਸ਼ਰ ਸੰਗਤਾਂ ਦੀ ਝੋਲੀ ਵਿੱਚ ਪਾਏ ਨੇ। ਔਰ ਇਹ 5ਵੀਂ ਪੀੜ੍ਹੀ। ਅੱਜ ਤੇ ਆਪਣੇ ਇੱਕ ਬੱਚੇ ਨੂੰ ਸੰਭਾਲਣਾ ਬੜਾ ਔਖਾ ਹੈ ਸਾਧ ਸੰਗਤ ਜੀ। ਕੋਈ ਨਸ਼ਿਆਂ ਵੱਲ ਗੁਲਤਾਨ ਹੋ ਰਿਹਾ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ। ਪਰ ਇਹਨਾਂ ਦੀ 5ਵੀਂ ਪੀੜ੍ਹੀ ਇਹ ਭਾਈ ਬਲਬੀਰ ਸਿੰਘ ਪਾਰਸ ਜੀ ਦੇ ਪਿਤਾ ਜੀ ਹਨ। ਔਰ ਇਹ ਸਾਰੇ ਭਰਾ ਜਿਹੜੇ ਨੇ ਨਾਲ ਇਹਨਾਂ ਦੇ ਵੀ ਸੇਵਾ ਕਰਦੇ ਨੇ। 2 ਭਰਾ ਪਾਰਸ ਸਾਹਿਬ ਦੇ ਜਥੇ ਨਾਲ, ਔਰ ਜੋ ਉਹਨਾਂ ਨਾਲ ਬੱਚੀਆਂ, ਉਹ ਵੀ ਉਹਨਾਂ ਦੀ ਆਪਣੀ ਬੱਚੀ। ਇਹਨਾਂ ਵਿੱਚ ਇੱਕ ਬੱਚਾ ਬਲਬੀਰ ਸਿੰਘ ਪਾਰਸ ਜੀ ਦਾ ਆਪਣਾ ਬੱਚਾ। ਮੈਂ ਜ਼ਿਆਦਾ ਨਾ ਇਹਦੇ ਬਾਰੇ ਆਪ ਜੀ ਦੇ ਸਨਮੁਖ ਰੱਖਾਂ, ਕਿਉਂਕਿ ਆਪਣੀ ਮਿਸਾਲ ਆਪ ਨੇ। ਮੈਂ ਸਮੇਂ ਦੀ ਸਮਾਪਤੀ ਵਾਲੇ ਪਾਸੇ ਆਵਾਂ ਕਿ ਅੱਜ ਉਹ ਸਾਡੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਨੇ, ਜਿਨ੍ਹਾਂ ਨੇ ਕੌਮ ਨੂੰ ਜਿੱਥੇ ਗੁਰ ਇਤਿਹਾਸ ਰਾਹੀਂ ਸੇਵਾ ਕੀਤੀ ਹੈ, ਲੈਕਚਰ ਪ੍ਰਚਾਰ ਰਾਹੀਂ ਕੀਤੀ, ਉੱਥੇ ਕਲਮ ਦੇ ਨਾਲ ਵੀ, ਕਵਿਤਾ ਲਿਖ ਕੇ ਵੀ, ਔਰ ਨਾਲ ਬੱਚਿਆਂ ਨੂੰ ਅੱਗੇ ਇਹ ਵਿੱਦਿਆ ਦੀ ਦਾਤ ਵੀ ਦਿੱਤੀ। ਇੱਕ ਚੱਲਦੀ ਫਿਰਦੀ ਅਕੈਡਮੀ ਆਪਾਂ ਕਹਿ ਲਈਏ ਤੇ ਕੋਈ ਅਤ ਕਥਨੀ ਨਹੀਂ। ਸੋ ਸਾਡੇ ਵਿੱਚ ਪਹੁੰਚ ਚੁੱਕੇ ਨੇ, ਆਪਾਂ ਉਹਨਾਂ ਨੂੰ ਸਰਵਣ ਕਰਨਾ। ਆਓ ਇਕਾਗਰਤਾ ਬਣਾ ਕੇ ਰੱਖਣੀ। ਮੈਂ ਵਿਸ਼ਾ ਇਸ ਕਰਕੇ ਪ੍ਰਾਰੰਭ ਕੀਤਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਅੱਗੇ ਚੱਲਣਾ ਤੇ ਧੀਰੇ ਧੀਰੇ ਆਪਾਂ ਸਾਰੇ ਵਿਸ਼ੇ ਨੂੰ ਸਮਝਣ ਦਾ ਯਤਨ 3 ਦਿਨਾਂ 'ਚ ਕਰਨਾ। ਇਹ ਨਹੀਂ ਵੀ ਅੱਜ ਉੱਥੋਂ ਸੁਣਾਤੀ ਗੱਲ, ਪਰਸੋਂ ਉੱਥੋਂ ਸੁਣਾਤੀ, ਇਸ ਤਰ੍ਹਾਂ ਨਹੀਂ। ਮੈਂ ਬੇਨਤੀ ਇਹ ਕਰ ਰਿਹਾ ਸਾਂ, ਇਹ ਜਪ ਕਿੱਥੋਂ ਪ੍ਰਾਰੰਭ ਹੋਇਆ? ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆ ਜਿਹੜਾ ਸ਼ਬਦ ਜਿਹਨੂੰ ਆਪਾਂ ਮੱਥਾ ਟੇਕਦੇ, ਕਿੱਥੋਂ ਪ੍ਰਾਪਤ ਹੋਇਆ? ਤੋ ਭਾਈ ਗੁਰਦਾਸ ਜੀ ਨੇ ਪ੍ਰਮਾਣਿਤ ਕੀਤਾ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਇਹ ਆਪਾਂ ਸਰਵਣ ਕੀਤਾ ਸੀ ਨਾ। ਬਾਬਾ ਪਹਿੰਦਾ ਸੱਚਖੰਡ, ਨੌਨਿਦ ਨਾਮ ਗਰੀਬੀ ਪਾਈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ। ਪਾਰ ਬ੍ਰਹਮ ਪਰਮੇਸ਼ਰ ਜਨਮ ਸਾਖੀ ਦੇ ਅੰਦਰ ਲਿਖਿਆ ਹੈ ਕਿ ਨਾਨਕ
मैं पार ब्रह्म परमेश्वर तू गुर परमेश्वर। अकाल पुरख वैगुरु परमात्मा कह रहे ने, मेरा ही रूप है तू, तेरी रसना ते मेरा वासा, जिस उपर तेरी नदर उस उपर मेरी नदर। तेरी ਜਿਹੜੇ बचन तू कवेंगा वो मेरे होणगे, ते भुल्ली खलकत नूं जाके रस्ता दसना। सतगुरु नानक देव महाराज जी ਇਹ ਬਖਸ਼ਿਸ਼ ਲੈ ਕੇ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੋਂ ਚੱਲੇ ਨੇ, ਤੇ ਸਤਿਗੁਰੂ ਪਾਤਸ਼ਾਹ ਨੇ ਸ਼ਬਦ ਦਾ ਹੋਕਾ ਜਿਹੜਾ ਹੈ ਨਾ, ਉਹ ਥਾਂ ਪੁਰ ਥਾਂ ਜਿੱਥੇ ਜਿੱਥੇ ਗਏ ਨੇ ਉੱਥੇ ਵੰਡਿਆ। ਜਦੋਂ ਸਿੱਧਾਂ ਜੋਗੀਆਂ ਨੇ ਵੀ ਕਦੇ ਪੁੱਛਿਆ ਨਾ, ਨਾਨਕ ਜੀ ਤੁਹਾਡਾ ਗੁਰੂ ਕੌਣ ਹੈ, ਤੇ ਸਤਿਗੁਰੂ ਪਾਤਸ਼ਾਹ ਨੇ ਉੱਥੇ ਉਚਾਰਨ ਕਰਕੇ ਕਿਹਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਵੀ ਮੇਰਾ ਗੁਰੂ ਸ਼ਬਦ ਹੈ। ਜਦੋਂ ਸੁਮੇਰ ਪਰਬਤ ਦੀ ਧਰਤੀ ਤੇ ਸਿੱਧਾ ਜੋਗੀਆਂ ਨੇ ਪੁੱਛਿਆ, ਨਾਨਕ ਤੇਰੇ ਕੋਲ ਕਿਹੜੀ ਸ਼ਕਤੀ ਹੈ, ਤੂੰ ਗ੍ਰਸਤੀ ਹੈ, ਤੇ ਇੱਥੇ ਤੇ ਬੜਾ ਵਿਖੜਾ ਪੈਂਦਾ, ਇੱਥੇ ਕੋਈ ਸਵਾਰੀਆਂ ਉਸ ਟਾਈਮ ਨਹੀਂ ਸੀ, ਹੁਣ ਤੇ ਪਹਾੜਾਂ ਤੇ ਰੋਪਵੇ ਬਣ ਰਹੇ ਨੇ, ਹੈਲੀਪੈਡ ਬਣ ਰਹੇ ਨੇ, ਸੜਕਾਂ ਬਣ ਗਈਆਂ, ਉਦੋਂ ਕੁਝ ਵੀ ਨਹੀਂ ਸੀ। ਤੇ ਸਿੱਧ ਜੋਗੀ ਕਹਿਣ ਲੱਗੇ, ਤੁਹਾਨੂੰ ਨਾਨਕ ਜੀ ਇੱਥੇ ਕੌਣ ਲੈ ਕੇ ਆਇਆ ਹੈ? ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਪੁੱਛਿਆ ਗਿਆ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਜਦੋਂ ਪੁੱਛਿਆ ਗਿਆ ਵੀ ਕਵਣ ਸ਼ਕਤ ਤੋਂ ਇੱਥੇ ਲਿਆਈ, ਵੀ ਕਿਹੜੀ ਸ਼ਕਤੀ ਤੁਹਾਡੇ ਕੋਲ ਜਿਹੜੀ ਇੱਥੇ ਲੈ ਕੇ ਆਈ ਹੈ? ਤੇ ਸਤਿਗੁਰੂ ਪਾਤਸ਼ਾਹ ਨੇ ਜਿਹੜਾ ਜਵਾਬ ਉੱਥੇ ਸਿੱਧਾਂ ਜੋਗੀਆਂ ਨੂੰ ਦਿੱਤਾ ਸੀ ਨਾ, ਅੱਜ ਸਾਨੂੰ ਸਾਰਿਆਂ ਨੂੰ ਦ੍ਰਿੜ ਕਰਨਾ ਚਾਹੀਦਾ ਹੈ। ਸਾਡੇ ਅੰਦਰ ਪ੍ਰਕਾਸ਼ ਹੋ ਜਾਵੇ ਸਾਧ ਸੰਗਤ ਜੀ, ਸਾਨੂੰ ਮੜੀਆਂ ਮਸਾਣਾ ਜਾਦੂ ਟੋਨੇ ਮੰਤਰਾਂ ਜੰਤਰਾਂ ਚੋਂ ਤਾਕਤ ਨਹੀਂ ਮਿਲਣੀ। ਮੈਂ ਬੇਨਤੀ ਕਰਾਂ, ਅਸੀਂ ਉਹ ਤਾਕਤਾਂ ਲੱਭਣ ਵਾਸਤੇ ਕਦੇ ਕਈ ਤਰ੍ਹਾਂ ਦੇ ਨਗ ਆਪਣੇ ਹੱਥਾਂ ਵਿੱਚ ਪਾਉਂਦੇ ਹਾਂ, ਕਦੀ ਧਾਗਾ ਕਾਲਾ ਗਿੱਟੇ ਨਾਲ ਬੰਨ੍ਹ ਲੈਨੇ, ਕਦੀ ਮੋਢੇ ਨਾਲ ਬੰਨ੍ਹ ਲੈਨੇ, ਕਦੀ ਮੌਲੀ ਅਸੀਂ ਗੁੱਟ ਤੇ ਬੰਨ੍ਹ ਲੈਨੇ ਜਿੱਥੇ ਕੜਾ ਬੰਨ੍ਹਣਾ ਚਾਹੀਦਾ ਸੀ। ਸਤਿਗੁਰੂ ਪਾਤਸ਼ਾਹ ਜੀ ਇਹ ਗੱਲ ਕਹਿੰਦੇ ਨੇ ਸਿੱਧਾਂ ਜੋਗੀਆਂ ਨੂੰ, ਵੀ ਕਿਹੜੀ ਸ਼ਕਤੀ ਹੈ ਤੁਹਾਡੇ ਕੋਲ, ਵੀ ਤੁਸੀਂ ਅੱਖਾਂ ਮੀਚਦੇ ਹੋ ਤੇ ਬੰਦ ਕਰ ਲੈਂਦੇ ਹੋ, ਇੰਨੇ ਵਿਖੜੇ ਪਰਬਤ ਕਿਵੇਂ ਚੜ੍ਹ ਕੇ ਆ ਗਏ ਹੋ? ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਉੱਥੇ ਕਿਹਾ ਸੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਨੂੰ ਪ੍ਰਮਾਣਿਤ ਕੀਤਾ ਹੈ, ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਰਾਈ ਆਪਾਂ ਸਾਰੇ ਕਿਸਾਨ ਆ ਪਿੰਡਾਂ ਵਾਲੇ, ਰਾਈ ਸਮਝਦੇ ਹੋ ਨਾ, ਸਰੋਂ ਦਾ ਦਾਣਾ ਰਾਈ। ਸਰੋਂ ਦੇ ਦਾਣੇ ਜਿੰਨੀ ਵੀ ਹੋਰ ਕਿਸੇ ਦੀ ਓਟ ਨਹੀਂ ਹੈ। ਕਿਹਦੀ ਓਟ ਹੈ? ਗੁਰਬਾਣੀ ਸੰਗਤ ਬਿਨਾ। ਗੁਰੂ ਕੀ ਬਾਣੀ ਤੇ ਸੰਗਤ, ਜਿਹੜੀ ਆਪ ਸੰਗਤ ਰੂਪ ਬੈਠੇ ਹੋ, ਇਸ ਸੰਗਤ ਤੋਂ ਬਿਨਾ ਖਾਲਸੇ ਨੂੰ ਹੋਰ ਕੋਈ ਓਟ ਹੀ ਨਹੀਂ। ਚਮਕੌਰ ਦੀ ਗੜੀ ਵਿੱਚ ਪਾਤਸ਼ਾਹ ਨੇ ਕਿਹਾ ਸੀ, ਆਪ ਢਾਡੀ ਜਥਿਆਂ ਤੋਂ ਸੁਣਦੇ, ਉੱਥੇ ਵੀ ਪਾਤਸ਼ਾਹ ਨੇ ਕਿਹਾ ਸੀ ਵੀ ਇੱਕ ਚਾਰ ਓਟਾਂ ਨੇ ਖਾਲਸੇ ਨੂੰ, ਇੱਕ ਆਪਣੇ ਆਪ ਦੀ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ, ਇੱਕ ਐਸ ਸੰਗਤ ਦੀ, ਤੇ ਇੱਕ ਪੰਥ ਜਿਹੜਾ ਪੰਜ ਪਿਆਰੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ। ਤੇ ਗੁਰੂ ਪਿਆਰ ਵਾਲਿਓ, ਗੁਰਬਾਣੀ ਤੇ ਸੰਗਤ ਤੋਂ ਬਿਨਾ ਹੋਰ ਰਤੀ ਮਾਤਰ, ਇੱਕ ਰਾਈ ਮਾਤਰ ਵੀ ਸਾਨੂੰ ਆਸਰਾ ਨਹੀਂ ਹੋਣਾ ਚਾਹੀਦਾ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਉਪਦੇਸ਼ ਨੇ। ਤੋ ਆਓ ਮੈਂ ਬੇਨਤੀ ਕਰਾਂ, ਇਸੇ ਵਿਸ਼ੇ ਨੂੰ ਆਪਾਂ ਫਿਰ ਅਗਲੇਰੇ ਸਮੇਂ ਵਿੱਚ ਵਿਚਾਰਾਂਗੇ। ਧੰਨ ਸਤਿਗੁਰੂ ਪਾਤਸ਼ਾਹ ਨੇ ਇਸ ਗੁਰਬਾਣੀ ਦੇ ਲੜ ਸਾਨੂੰ ਲਾਇਆ। ਤੋ ਮੈਂ ਬੇਨਤੀ ਕਰ ਰਿਹਾ ਸਾਂ, ਇਹ ਜਪ ਕਰਤੇ ਪੁਰਖ ਕਾ ਸੱਚ ਨਾਨਕ ਕੀਆ ਵਖਾਣ, ਜਗਤ ਉਦਾਹਰਨ ਕਾਰਣੇ ਧੁਰੋਂ ਹੋਆ ਫੁਰਮਾਨ, ਅੰਮ੍ਰਿਤ ਵੇਲਾ ਸੱਚ ਨਾਉ ਜਪ ਪੜੀਏ ਕਰ ਇਸ਼ਨਾਨ, ਹਿੱਤ ਚਿੱਤ ਜੋ ਜਪ ਪੜੈ ਸੋ ਦਰਗਹਿ ਪਾਵੈ ਮਾਨ। ਜਿਹੜਾ ਹਿੱਤ ਤੇ ਚਿੱਤ ਪਿਆਰ ਨਾਲ ਦਿਲ ਲਾ ਕੇ ਇਸ ਜਪ ਨੂੰ ਪੜ੍ਹੇਗਾ, ਉਹ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰੇਗਾ। ਗੁਰਬਾਣੀ ਸੁਣੀਏ, ਗੁਰਬਾਣੀ ਦੇ ਨਾਲ ਜੁੜੀਏ, ਸ਼ਬਦ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਹੋ ਜਾਵੇ। ਸਾਧ ਸੰਗਤ ਜੀ, ਇਸੇ ਵਿਸ਼ੇ ਨੂੰ ਆਪਾਂ ਆਉਣ ਵਾਲੇ ਸਮੇਂ 'ਚ ਵਿਚਾਰਨਾ ਹੈ, ਵਿਦਵਾਨਾਂ ਨੇ ਵਿਚਾਰਨਾ ਹੈ। ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ, ਉਹਨਾਂ ਨੇ ਉਚੇਚੇ ਤੌਰ ਤੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ ਹੈ। 2 ਦੀਵਾਨਾਂ ਵਿੱਚ ਉਹ ਹਾਜ਼ਰੀ ਭਰਨਗੇ। ਅੱਜ ਉਹਨਾਂ ਦੀ
ਜੋ ਆਪ ਜੀ ਹਾਜ਼ਰੀ ਨਹੀਂ ਹੈ, ਸੋ ਅੱਜ ਦਾ ਜੋ ਦੀਵਾਨ ਹੈ ਉਹ ਆਪਾਂ ਜੋ ਪ੍ਰਬੰਧਕ ਜਨਾਂ ਵੱਲੋਂ ਉਲੀਕਿਆ ਸਮਾਂ ਹੈ ਓਨੇ ਸਮੇਂ ਦੇ ਵਿੱਚ ਆਪਾਂ ਸਮਾਪਤੀ ਕਰ ਦੇਣੀ ਹੈ। ਤੁਹਾਡਾ ਪਿਆਰ ਹੈ, ਪੰਥ ਦਾ ਚੜ੍ਹਦੀ ਕਲਾ ਦਾ ਢਾਡੀ ਜਥਾ ਹੈ। ਸਟੇਜ ਵੱਲੋਂ ਜੋ ਨਿਯਤ ਕੀਤਾ ਸਮਾਂ ਉਹਨਾਂ ਦਾ 1.5 ਘੰਟਾ ਹੈ। ਬਾਕੀ ਸੰਗਤ ਦਾ ਪਿਆਰ ਹੈ, 2-4 ਮਿੰਟ ਵੱਧ ਘੱਟ ਹੋ ਸਕਦੇ ਨੇ। ਸੋ ਮੈਂ ਬੇਨਤੀ ਕਰਾਂਗਾ